ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਕੀ ਰਾਜਧਾਨੀ ਦੇ ਰਾਹ ਬੰਦ ਹੋਣਗੇ ਕਿਸਾਨਾਂ ਲਈ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ ਉਸ ਨੂੰ 7 ਮਹੀਨੇ ਦਾ ਸਮਾਂ ਮੁਕੰਮਲ ਹੋਣ ਜਾ ਰਿਹਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 7 ਮਹੀਨੇ ਮੁਕੰਮਲ ਹੋਣ ਤੇ ਦੇਸ਼ ਭਰ ਵਿੱਚ ਰਾਜ ਭਵਨਾਂ ਦਾ ਘਿਰਾਓ ਕੀਤਾ ਜਾ ਰਿਹਾ। ਜੇਕਰ ਗੱਲ ਕਰੀਏ ਰਾਜ ਭਵਨਾਂ ਦੇ ਘਿਰਾਓ ਨੂੰ ਜਿਹੜਾ ਹੈਗਾ 2 ਦਿਨ ਦਾ ਸਮਾਂ ਬਾਕੀ ਰਹਿ ਗਿਆ ਤੇ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਸਥਿਤ ਰਾਜ ਭਵਨ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਨੇ। ਤੇ ਇਹਦੇ ਨਾਲ ਹੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚਾਹੇ ਕਿਸਾਨ ਪੰਜਾਬ ਦੇ ਹੋਣ ਚਾਹੇ ਹਰਿਆਣੇ ਦੇ, ਉਹਨਾਂ ਨੂੰ ਰਾਜਧਾਨੀ 'ਚ ਦਾਖਲ ਹੋਣ ਤੋਂ ਰੋਕਣ ਦੀ ਤਿਆਰੀਆਂ ਵੀ ਜਿਹੜੀਆਂ ਅੱਗੇ ਨਾਲ ਨਾਲ ਵਿੱਢ ਲਈਆਂ ਨੇ। ਅਸੀਂ ਜਾਣਨਾ ਚਾਹਾਂਗੇ ਕੀ ਕਿਸਾਨਾਂ ਨੂੰ ਜਿਹੜਾ ਹੈਗਾ ਰਾਜਧਾਨੀ 'ਚ ਦਾਖਲ ਹੋਣ ਦੀ ਪ੍ਰਵਾਨਗੀ ਮਿਲ ਸਕੇਗੀ। ਦੇਖੋ, ਸੰਯੁਕਤ ਕਿਸਾਨ ਮੋਰਚੇ ਨੇ ਤੇ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਕਾਲ ਦਿੱਤੀ ਹੈ, ਜਿਸ ਦੇ ਤਹਿਤ 26 ਜੂਨ ਨੂੰ ਸਮੁੱਚੇ ਭਾਰਤ ਵਿੱਚ ਜਿਹੜੀਆਂ ਅਲੱਗ-ਅਲੱਗ ਸੂਬੇ ਨੇ ਉਹ ਆਪਣੀਆਂ ਰਾਜਧਾਨੀਆਂ ਦੇ ਵਿੱਚ ਜਿਹੜੇ ਰਾਜ ਭਵਨ ਹੈ ਉਹਨਾਂ ਦੇ ਅੱਗੇ ਪ੍ਰਦਰਸ਼ਨ ਕਰਨਗੇ। ਜੀ, ਇਹ ਇੱਕ ਰੋਸ ਜਤਾਉਣ ਦਾ ਇੱਕ ਅਲੱਗ ਤਰੀਕਾ ਹੈਗਾ। ਰਹੀ ਗੱਲ 26 ਜੂਨ ਦੀ ਜੀ, ਔਰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੇ ਜਾਣ ਦੀ, ਜੀ, 26 ਜੂਨ ਨੂੰ ਕਿਸਾਨ ਮੋਰਚੇ ਦੇ ਪੂਰੇ 7 ਮਹੀਨੇ ਪੂਰੇ ਹੋਣ ਜਾ ਰਹੇ ਨੇ। ਜੀ, ਇੱਕ ਵਜ੍ਹਾ ਤਾਂ ਇਹ ਹੈ ਕਿ 26 ਜੂਨ ਦਾ ਦਿਨ ਚੂਜ਼ ਕੀਤਾ ਗਿਆ ਹੈ ਕਿ 7 ਮਹੀਨੇ ਮੁਕੰਮਲ ਹੋਣੇ ਨੇ। ਦੂਸਰੀ ਵਜ੍ਹਾ ਇਹ ਹੈ ਕਿ 26 ਜੂਨ ਦਾ ਖਾਸ ਦਿਨ ਹੈ ਜਿਹੜਾ, ਉਸ ਨੂੰ ਕਿਉਂ ਚੁਣਿਆ ਗਿਆ। ਜੀ, ਉਸ ਦਾ ਵੱਡਾ ਕਾਰਨ ਇਹ ਹੈ ਕਿ 26 ਜੂਨ ਦਾ ਜਿਹੜਾ ਦਿਨ ਹੈ ਉਹ ਭਾਰਤੀ ਇਤਿਹਾਸ ਦੇ ਵਿੱਚ ਉਹ ਦਿਨ ਹੈ ਜਿਸ ਦਿਨ ਇੱਕ ਕਾਲੇ ਦੌਰ ਦੀ ਜਾਂ ਕਾਲਾ ਅਧਿਆਇ ਹੈ ਜਿਹੜਾ ਉਹ ਸਾਡੇ ਇਤਿਹਾਸ 'ਤੇ ਲਿਖਿਆ ਗਿਆ ਸੀ। ਜੀ, ਸਾਡੀ ਭਾਰਤ ਦੇ ਇਤਿਹਾਸ ਤੇ ਭਾਰਤ ਦੇ ਜਿਹੜੀ ਪੋਲੀਟਿਕਸ ਦੇ ਵਿੱਚ, ਕਿਉਂਕਿ ਉਸ ਦਿਨ ਤਤਕਾਲੀ ਜਿਹੜੀ ਪ੍ਰਧਾਨ ਮੰਤਰੀ ਸੀ ਮਰਹੂਮ ਇੰਦਰਾ ਗਾਂਧੀ, ਉਸਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ ਜਾਂ ਉਸ ਦਿਨ ਤੋਂ ਐਮਰਜੈਂਸੀ ਹੈ ਜਿਹੜੀ ਉਹ ਲਾਗੂ ਹੋਈ ਸੀ। ਜੀ, ਇਹ ਖਾਸ ਵਜ੍ਹਾ ਹੈ 26 ਜਨਵਰੀ ਨੂੰ ਚੂਜ਼ ਕਰਨ ਦੀ। ਉਸ ਤੋਂ ਬਾਅਦ ਹੈ ਜਿਹੜਾ 2 ਦਿਨ ਹੀ ਬਾਕੀ ਰਹਿ ਗਏ ਨੇ 26 ਜੂਨ ਦੇ ਵਿੱਚ, ਔਰ ਕਿਸਾਨਾਂ ਨੇ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ। ਜੀ, ਔਰ 26 ਜਨਵਰੀ ਬਾਰੇ 26 ਜੂਨ ਬਾਰੇ ਜੀ, ਜਿਸ ਤਰ੍ਹਾਂ ਪਹਿਲਾਂ ਇਸ ਤੋਂ ਪਹਿਲਾਂ ਸਾਡੀ ਪੋਲੀਟਿਕਸ ਦੇ ਵਿੱਚ ਡਿਸਕਸ ਹੁੰਦਾ 26 ਜੂਨ ਹੈ ਜਿਹੜਾ, ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਹਮੇਸ਼ਾ ਇਸ ਨੂੰ ਇਸ ਤੌਰ 'ਤੇ ਇਸ ਤਰੀਕੇ ਨਾਲ ਲੈਂਦੀਆਂ ਨੇ ਕਿ ਕਾਂਗਰਸ ਨੇ ਐਮਰਜੈਂਸੀ ਲਾਗੂ ਕੀਤੀ ਸੀ ਇਸ ਦਿਨ, ਜੀ, ਕਿ ਮਨੁੱਖੀ ਹੱਕਾਂ ਦਾ ਘਾਣ ਹੋਇਆ ਸੀ। ਨੋ ਡਾਊਟ ਕਿ ਜਿਹੜੇ ਸਾਡੇ ਜਮਹੂਰੀ ਹੱਕ ਸੀ ਜਾਂ ਸਾਡੇ ਮਾਨਵੀ ਅਧਿਕਾਰ ਸੀ ਉਹ ਐਮਰਜੈਂਸੀ ਦੇ ਵਿੱਚ ਜਿਹੜੇ ਲੋਕ ਹੈ ਉਹਨਾਂ ਤੋਂ ਵਿਰਵੇ ਹੋ ਗਏ ਸੀ, ਉਹਨਾਂ ਤੋਂ ਵਾਂਝੇ ਹੋ ਗਏ ਸੀ। ਜੀ, ਇਹ ਬਿਲਕੁਲ ਸੱਚ ਹੈਗਾ ਔਰ ਇੱਕ ਬਹੁਤ ਵੱਡੀ ਮਨੁੱਖੀ ਅਧਿਕਾਰਾਂ 'ਤੇ ਇੱਕ ਬਹੁਤ ਵੱਡਾ ਜਿਹੜਾ ਕੁਹਾੜਾ ਹੈ ਉਹ ਐਮਰਜੈਂਸੀ ਦੇ ਨਾਂ ਹੇਠ ਚੱਲਿਆ ਸੀ। ਜੀ, ਕਿਉਂਕਿ ਪਾਰਟੀਆਂ ਸਾਰੀਆਂ ਸੇਮ ਹੁੰਦੀਆਂ ਨੇ, ਉਹਦੇ ਪੋਲੀਟੀਕਲ ਗੇਨ ਲਈ ਇੱਕ ਦੂਸਰੇ 'ਤੇ ਪੋਲੀਟੀਕਲ ਨਿਸ਼ਾਨੇ ਜਿਹੜੀ ਉਹ ਲਾਉਂਦੀਆਂ ਰਹਿੰਦੀਆਂ ਨੇ। ਜੀ, ਤਾਂ ਦੇਖੀਏ ਤਾਂ ਜਿੰਨੇ ਵੀ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਕਾਨੂੰਨ ਬਣੇ ਨੇ ਜਾਂ ਜਿਨ੍ਹਾਂ ਕਾਨੂੰਨਾਂ ਦੀ ਮਿਸਯੂਜ਼ ਹੋਈ ਹੈ, ਚਾਹੇ ਉਹ ਮੀਸਾ ਹੋਏ, ਚਾਹੇ ਹੁਣ ਆਪਾਂ NSA ਹੋਏ ਅਤੇ ਟਾਡਾ ਹੋਵੇ, ਚਾਹੇ ਹੁਣ ਆਪਾਂ UAP ਦੀ ਗੱਲ ਕਰਦੇ ਹਾਂ, ਤਾਂ ਉਹ ਅਲੱਗ-ਅਲੱਗ ਪਾਰਟੀਆਂ ਦੀ ਦੇਣ ਹੈ, ਅਲੱਗ-ਅਲੱਗ ਪਾਰਟੀਆਂ ਦਾ ਉਹਨਾਂ ਦੇ ਵਿੱਚ ਘੜਨ ਦੇ ਵਿੱਚ ਰੋਲ ਰਿਹਾ ਹੈ। ਬਿਲਕੁਲ। ਪਰ ਜਿਹੜਾ ਇਹ ਦਿਹਾੜਾ ਹੋਏਗਾ ਇਸ ਵਾਰ ਕੀ ਵੱਖਰਾ ਹੋਏਗਾ, ਇਸ ਵਾਰ ਅਸੀਂ ਇੱਕ ਦੱਸਣ ਦੇ ਵਿੱਚ ਸਾਡੀ ਮਨੁੱਖੀ ਸਮਾਜ ਦੇ ਵਿੱਚ ਇੱਕ ਨਵੀਂ ਚੇਤਨਾ ਦਾ ਪਸਾਰ ਹੋਏਗਾ, ਇੱਕ ਨਵੀਂ ਚੇਤਨਾ ਐਡ ਹੋਏਗੀ ਲੋਕਾਂ ਦੇ ਮਨਾਂ ਦੇ ਵਿੱਚ, ਉਹਨਾਂ ਦੇ ਅਵਚੇਤਨ 'ਚੋਂ ਨਿਕਲ ਕੇ ਕਿ ਜਿਹੜੀ ਸਿਰਫ ਐਮਰਜੈਂਸੀ ਤੱਕ ਹਦੂਦ ਰੱਖਦੀ ਸੀ। ਜੀ, ਉਹ ਆਤਿਸ਼ ਇਹ ਸੀ ਕਿ ਲੋਕ ਜਾਣ ਸਕਣਗੇ ਕਿ ਉਦੋਂ ਇੱਕ ਐਲਾਨੀ ਹੋਈ ਐਮਰਜੈਂਸੀ ਸੀ, ਪਰ ਜਿਹੜਾ ਅੱਜ ਦਾ ਦੌਰ ਹੈ ਜਾਂ ਅੱਜ ਦਾ ਸਮੇਂ ਇਹਦੇ ਵਿੱਚ ਅਨਐਲਾਨੀ ਹੋਈ ਐਮਰਜੈਂਸੀ ਵਰਗਾ ਮਾਹੌਲ ਹੈ। ਬਿਲਕੁਲ। ਕਿ ਜਿਹਦੇ ਵਿੱਚ ਕਿਸਾਨ ਸਾਡੇ ਤਕਰੀਬਨ 7 ਮਹੀਨੇ ਪੂਰੇ ਹੋਣ ਵਾਲੇ ਨੇ, ਦਿੱਲੀ 'ਚ ਬੈਠੇ ਨੇ, ਪੰਜਾਬ 'ਚ ਪ੍ਰੋਟੈਸਟ ਕੀਤਾ ਔਰ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਕੀਤਾ ਔਰ ਸਾਡੀ ਹਕੂਮਤ ਟਸ ਤੋਂ ਮਸ ਨਹੀਂ ਹੋ ਰਹੀ। ਬਿਲਕੁਲ। ਇਹ ਠੀਕ ਹੈ ਕਿ ਇਹਨੇ ਬਹੁਤ ਸਾਰਾ ਡੈਂਟ ਹੈ ਜਿਹੜੀ ਸਾਡੀ ਹਕੂਮਤ ਦੀ ਹਿੰਡ ਹੈ
ਉਸ ਨੂੰ ਪਾਇਆ ਹੈ। ਜਿਸ ਤਰ੍ਹਾਂ ਦਾ ਲਹਿਜ਼ਾ ਰਿਹਾ ਸਾਡੇ ਕੇਂਦਰੀ ਹਕੂਮਤ ਦਾ, ਭਾਰਤ ਸਰਕਾਰ ਦਾ, ਕਿ ਜਿਨ੍ਹਾਂ ਨੇ ਕਦੇ ਵੀ ਕਿਸੇ ਨਾਲ ਗੱਲਬਾਤ ਤੋਰਨ ਦੀ, ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੰਵਾਦ ਰਚਾਉਣ ਦੀ ਲੋੜ ਨਹੀਂ ਸਮਝੀ ਸੀ। ਔਰ ਕਿਸਾਨੀ ਮੂਵਮੈਂਟ ਨੇ ਦੱਸਿਆ ਕਿ ਉਹਨਾਂ ਨੂੰ ਮਹਿਸੂਸ ਹੋਇਆ ਉਸ ਚੀਜ਼ ਨੂੰ ਡੈਂਟ ਪਾਉਣ ਦੇ ਵਿੱਚ ਕਿਸਾਨੀ ਮੂਵਮੈਂਟ ਕਾਮਯਾਬ ਹੋ ਰਹੀ ਹੈ। ਇਸ ਕਰਕੇ ਇਹ ਦਿਨ ਹੈ ਜਿਹੜਾ ਖਾਸ ਮਹੱਤਵ ਰੱਖਦਾ ਹੈ। ਕਿਸਾਨ ਇਸ ਦਿਨ 'ਤੇ 26 ਜੂਨ ਨੂੰ ਇੱਕ ਸਮੁੱਚੇ ਦੇਸ਼ ਨੂੰ ਇੱਕ ਸੁਨੇਹਾ ਵੀ ਦੇਣਾ ਚਾਹੁੰਦੇ ਨੇ ਕਿ ਅੱਜ ਦਾ ਦੌਰ ਹੈ ਜਿਹੜਾ ਉਹ ਵੀ ਐਮਰਜੈਂਸੀ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਜੀ। ਤਾਂ ਰਹੀ ਗੱਲ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਕਿਸਾਨਾਂ ਨੂੰ ਇੰਟਰ ਹੋਣ ਦੇਗਾ ਜਾਂ ਨਹੀਂ ਦੇਗਾ ਜੀ, ਤਾਂ ਜੇ ਇਸ ਨੂੰ ਅਸੀਂ ਦੋ ਪੱਖਾਂ ਤੋਂ ਦੇਖ ਸਕਦੇ ਹਾਂ ਆਤਿਸ਼। ਇੱਕ ਪੱਖ ਤਾਂ ਇਹ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨਾਂ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ 17 ਸੈਕਟਰ ਦੇ ਵਿੱਚ ਕਿੰਨੇ ਵਾਰੀ ਪ੍ਰੋਟੈਸਟ ਹੋਏ ਨੇ, ਕਦੇ ਕਿਸੇ ਨੂੰ ਰੋਕਿਆ ਨਹੀਂ ਗਿਆ। ਚੰਡੀਗੜ੍ਹ ਦੇ ਬਹੁਤ ਸਾਰੇ ਚੌਂਕਾਂ ਦੇ ਵਿੱਚ ਡੇਲੀ ਪ੍ਰੋਟੈਸਟ ਹੁੰਦੇ ਨੇ ਪੀਸਫੁਲੀ ਤਰੀਕੇ ਨਾਲ, ਕਦੇ ਕਿਸੇ ਨੂੰ ਰੋਕਿਆ ਨਹੀਂ ਗਿਆ। ਉਸ ਤੋਂ ਲੱਗਦਾ ਹੈ, ਜਾਂ ਆਪਾਂ ਇਹ ਦੇਖੀਏ ਕਿ ਜਿਹੜੀ ਸਮੁੱਚੇ ਦੇਸ਼ ਨੂੰ, ਜਿਵੇਂ ਆਪਾਂ ਕਹਿੰਦੇ ਕਿ ਰਾਹ ਦਸੇਰਾ ਪੰਜਾਬ ਬਣਿਆ ਕਿਸਾਨੀ ਮੂਵਮੈਂਟ ਦੇ ਵਿੱਚ, ਔਰ ਹਰਿਆਣਾ ਵੀ ਹੁਣ ਬਾਂਹ ਬਣ ਕੇ ਨਾਲ ਚੱਲਿਆ ਹੈਗਾ, ਤਾਂ ਜਿਹੜਾ ਮੇਨ ਫੋਕਸ ਰਹੇਗਾ ਉਹ ਚੰਡੀਗੜ੍ਹ ਦਾ ਹੀ ਰਹੇਗਾ। ਚਾਹੇ ਅਲੱਗ-ਅਲੱਗ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਰਾਜ ਭਵਨਾਂ ਦੇ ਅੱਗੇ ਪ੍ਰਦਰਸ਼ਨ ਹੋਣੇ ਨੇ, ਪਰ ਮੁੱਖ ਜਿਹੜਾ ਧਿਆਨ ਰਹੇਗਾ, ਫੋਕਸ ਰਹੇਗਾ, ਉਹ ਚੰਡੀਗੜ੍ਹ ਰਹੇਗਾ। ਕਿਉਂਕਿ ਇੱਥੇ ਪੰਜਾਬ ਦੀ ਰਾਜਧਾਨੀ ਵੀ ਹੈ, ਗਵਰਨਰ ਹਾਊਸ ਹੈ, ਔਰ ਹਰਿਆਣਾ ਦਾ ਰਾਜ ਭਵਨ ਵੀ ਹੈਗਾ। ਔਰ ਸਾਡੀਆਂ ਜਿਹੜੀਆਂ ਪੰਜਾਬ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇਹਨਾਂ ਦੀ ਬਾਬਤ ਜਿਹੜੀ ਪੂਰੀ ਤਰ੍ਹਾਂ ਤਿਆਰੀ ਹੈ ਜਿਹੜੀ ਉਹ ਚਾਕ ਆਊਟ ਕਰ ਲਈ ਹੈ, ਪ੍ਰਬੰਧ ਕਰ ਲਏ ਨੇ। ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਗੁਰਦੁਆਰਾ ਅੰਬ ਸਾਹਿਬ ਦੇ ਕੋਲੋਂ ਇਕੱਠੇ ਹੋਣਾ, ਉਹਨਾਂ ਨੇ ਮੋਹਾਲੀ ਉੱਥੋਂ ਚੱਲਣਾ ਹੈ। ਇਸ ਤਰ੍ਹਾਂ ਹੀ ਜਿਹੜੇ ਸਾਡੇ ਹਰਿਆਣਾ ਦੇ ਕਿਸਾਨ ਹੈ ਇਹ ਗੁਰਦੁਆਰਾ ਨਾਢਾ ਸਾਹਿਬ ਦੇ ਕੋਲ ਹੈ, ਜਿਹੜੇ ਉੱਥੋਂ ਇਕੱਠੇ ਹੋਣਗੇ, ਉੱਥੋਂ ਇਕੱਠੇ ਆ ਕੇ ਚੰਡੀਗੜ੍ਹ ਦੇ ਵਿੱਚ ਇੰਟਰ ਹੋਣਗੇ। ਇੱਕ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੋਨਾਂ ਸੂਬਿਆਂ ਦੇ ਕਿਸਾਨਾਂ ਦੀ ਤਾਕਤ ਹੈ, ਔਰ ਇਸ ਤੋਂ ਪਹਿਲਾਂ ਹਰਿਆਣੇ ਨੂੰ ਤਾਕਤ ਹੈ, ਜਿਹੜੇ ਕਿਸਾਨ ਹੈ ਉਹ ਦਿਖਾ ਵੀ ਚੁੱਕੇ ਨੇ, ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਏਡੇ ਵੱਡੇ ਪ੍ਰੈਸ਼ਰ ਦੇ ਅੱਗੇ ਚੰਡੀਗੜ੍ਹ ਪ੍ਰਸ਼ਾਸਨ ਹੈ ਜਿਹੜਾ ਕੋਈ ਇਸ ਕਿਸਮ ਦੀ ਗਲਤੀ ਨਹੀਂ ਕਰੇਗਾ। ਨੋ ਡਾਊਟ ਕਿ ਆਪਣੇ ਬਾਰਡਰਾਂ 'ਤੇ ਜਿਹੜੇ ਬੈਰੀਕੇਡਿੰਗ ਕੀਤੀ ਜਾਏਗੀ, ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ, ਪਰ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਕਿਸਾਨ ਜਥੇਬੰਦੀਆਂ ਨੇ ਇੰਨਾ ਕੁ ਤਾਂ ਫੈਸਲਾ ਅੰਦਰੋਂ ਅੰਦਰੀ ਕੀਤਾ ਹੋਏਗਾ ਜ਼ਰੂਰ ਕਿ ਉਹ ਇਸ ਰੋਕਾਂ ਨੂੰ ਤੋੜਨਗੇ ਜ਼ਰੂਰ, ਕਿਉਂਕਿ ਉਹਨਾਂ ਨੇ ਪੂਰੇ ਸਮੁੱਚੇ ਦੇਸ਼ ਨੂੰ ਇੱਕ ਦਿਖਾਉਣਾ ਹੈਗਾ। ਅਗਰ ਉਹ ਜੇ ਆਪਣੇ ਗਵਰਨਰ ਹਾਊਸ ਦੇ ਅੱਗੇ ਪ੍ਰਦਰਸ਼ਨ ਨਾ ਕਰ ਸਕੇ, ਮੰਗ ਪੱਤਰ ਨਾ ਦੇ ਸਕੇ, ਤਾਂ ਉਹਦਾ ਮੈਸੇਜ ਵੀ ਕੋਈ ਬਹੁਤਾ ਚੰਗਾ ਨਹੀਂ ਜਾਏਗਾ, ਜਿੰਨਾ ਸੋਲਿਡ ਮੈਸੇਜ ਉਹਨਾਂ ਦਾ ਉੱਥੇ ਜਾਣ ਨਾਲ ਜਾਏਗਾ। ਇਸ ਕਰਕੇ ਉਹਨਾਂ ਦੇ ਪ੍ਰੈਸ਼ਰ ਅੱਗੇ ਜਿਹੜਾ ਇੱਕ ਪੱਖ ਤੋਂ ਦੇਖੀਏ ਤਾਂ ਪ੍ਰਸ਼ਾਸਨ ਦਾ ਪਾਸੇ ਵੀ ਹਟ ਸਕਦਾ ਹੈ। ਦੂਸਰਾ ਹੈ ਕਿ ਜਿਸ ਤਰ੍ਹਾਂ ਹੁਣ ਤੱਕ ਜਿੰਨੇ ਪ੍ਰੋਟੈਸਟ ਹੁੰਦੇ ਆਏ ਨੇ, ਜਿੰਨੇ ਲੋਕ ਪੰਜਾਬ ਦੇ ਵਿੱਚੋਂ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਇੰਟਰ ਹੋਣ ਦੀ ਕੋਸ਼ਿਸ਼ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਉਹਨਾਂ ਨੂੰ ਹਮੇਸ਼ਾ ਜਿਹੜਾ ਰੋਕਿਆ ਜਾਂਦਾ ਹੈਗਾ, ਕਿਉਂਕਿ ਯੂਟੀ ਪ੍ਰਸ਼ਾਸਨ ਹੈ ਸਿੱਧਾ ਉਹ ਸੈਂਟਰ ਦੇ ਅਧੀਨ ਆਉਂਦਾ ਹੈਗਾ। ਤਾਂ ਇਹਦੇ ਵਿੱਚ ਸਾਨੂੰ ਸੈਂਟਰ ਦੇ ਰੋਲ ਦਾ ਵੀ ਪਤਾ ਲੱਗ ਸਕੇਗਾ ਕਿ ਸੈਂਟਰ ਕਿੰਨਾ ਕੁ ਲੀਨੀਅੰਟ ਹੋਇਆ, ਜਾਂ ਸੈਂਟਰ ਹੈ ਕਿਸ ਕਿਸਮ ਦਾ ਸਟੈਂਡ ਲੈਂਦਾ ਹੈਗਾ। ਇਹ ਚੰਡੀਗੜ੍ਹ ਦਾ ਮਸਲਾ ਨਹੀਂ, ਇੱਥੋਂ ਪਤਾ ਲੱਗੇਗਾ ਕਿ ਰੋਕਿਆ ਜਾਂਦਾ ਹੈ ਤਾਂ ਵੀ ਪਤਾ ਲੱਗੇਗਾ ਕਿ ਸਟੈਂਡ ਸੈਂਟਰ ਦਾ ਹੈ, ਨਹੀਂ ਰੋਕਿਆ ਜਾਂਦਾ ਤਾਂ ਵੀ ਸੈਂਟਰ ਦਾ ਰੋਲ ਹੈ, ਜਿਹੜੀ ਭੂਮਿਕਾ ਉਹ ਸਾਡੇ ਸਾਹਮਣੇ ਆ ਜਾਏਗੀ। ਚਰਨਜੀਤ ਜੀ, ਜਿਵੇਂ ਤੁਸੀਂ ਕਿਹਾ ਵੀ ਕਿ ਹਾਲੇ ਤੱਕ ਜਿਹੜਾ ਹੈਗਾ ਚੰਡੀਗੜ੍ਹ ਦੇ ਅੰਦਰੂਨੀ ਪ੍ਰੋਟੈਸਟਾਂ ਨੂੰ ਕਦੇ ਬੇਸ਼ੱਕ ਪੁਲਿਸ ਨੇ ਨਹੀਂ ਰੋਕਿਆ, ਪਰ ਚਾਹੇ ਕਿਸਾਨ ਪੰਜਾਬ ਤੋਂ ਆਏ ਨੇ ਚਾਹੇ ਹਰਿਆਣੇ ਤੋਂ, ਉਹਨਾਂ ਨੂੰ ਰੋਕਣ ਦੀ ਪਹਿਲਾਂ ਵੀ ਕੋਸ਼ਿਸ਼ ਹੋਈ ਹੈ। ਅਤੇ ਪਿਛਲੇ ਦਿਨੀਂ ਵੀ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ 'ਚ ਲਗਾਤਾਰ ਜਿਹੜਾ ਪ੍ਰੋਟੈਸਟ ਚੱਲ ਰਿਹਾ, ਪੁਲਿਸ ਨੇ ਜਿਵੇਂ ਉੱਥੇ ਤੋਂ ਇੱਕ ਨਿਹੰਗ ਸਿੰਘ ਨੂੰ ਗ੍ਰਿਫਤਾਰ ਕੀਤਾ, ਕੁਝ ਘੰਟੇ ਹਿਰਾਸਤ 'ਚ ਲਿੱਤਾ। ਅਸੀਂ ਜਾਣਨਾ ਚਾਹਾਂਗੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਕੀ ਰਾਜਧਾਨੀ 'ਚ ਪ੍ਰੋਟੈਸਟ ਕਰਨ ਦਾ ਕੋਈ ਹੱਕ ਨਹੀਂ ਹੈ? ਵੈਸੇ ਪਿਛਲਾ ਜਿਹੜਾ ਟ੍ਰੈਂਡ ਦੇਖੀਏ ਆਪਾਂ ਪਿਛਲੇ ਟਾਈਮ ਦਾ, ਹਿਸਟਰੀ ਦਾ ਚੰਡੀਗੜ੍ਹ ਦਾ, ਵੈਸੇ ਤਾਂ ਕਹਿਣ ਨੂੰ ਕਹਿੰਦੇ ਨੇ ਕਿ ਸਾਡੀ ਪੰਜਾਬ ਦੀ ਇਹ ਰਾਜਧਾਨੀ ਹੈ। ਅਗਰ ਲੋਕਾਂ ਨੂੰ ਆਪਣੀ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਨਹੀਂ, ਤਾਂ ਫਿਰ ਉਹ ਸਾਡੀ ਕਾਹਦੀ ਰਹਿ ਗਈ। ਅੱਜ ਵੀ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਆ ਕੇ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ, ਕਦੇ ਉਹਨਾਂ ਨੂੰ ਅਪਣੱਤ ਨਹੀਂ ਮਹਿਸੂਸ ਹੁੰਦੀ ਕਿ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਆ ਗਏ ਹਾਂ। ਪੰਜਾਬ ਦੇ ਲੋਕਾਂ ਨੂੰ ਵੀ ਲੱਗਦਾ ਨਹੀਂ। ਉਹਦਾ ਇੱਕ ਵਜ੍ਹਾ ਵੀ ਇਹ ਵੀ ਹੈਗੀ ਹੈ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਕਿ ਜਿਹੜਾ ਅਸੀਂ ਚੰਡੀਗੜ੍ਹ ਨੂੰ ਕਹਿੰਦੇ ਸੀ ਕਿ ਚੰਡੀਗੜ੍ਹ 'ਤੇ ਹੱਕ ਰਾਜਧਾਨੀ 'ਤੇ ਪੰਜਾਬ ਦਾ ਹੈ, ਉਹਦਾ ਅਜੇ ਤੱਕ ਨਿਪਟਾਰਾ ਨਹੀਂ ਹੋ ਸਕਿਆ। ਸਾਨੂੰ ਪੰਜਾਬ ਨੂੰ ਅਜੇ ਇੰਡੀਪੈਂਡੈਂਟ ਜਿਹੜੀ ਕੈਪੀਟਲ ਹੈ ਉਹ ਨਸੀਬ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿਹੜੇ ਪੰਜਾਬ ਦੇ ਮੂਲ ਮੁੱਦਿਆਂ 'ਤੇ ਲੜਾਈ ਲੜਦਾ ਰਿਹਾ ਹੁਣ ਤੱਕ, ਉਹਦੇ ਵਿੱਚ ਚੰਡੀਗੜ੍ਹ ਨੂੰ ਸ਼ਾਮਲ ਕੀਤਾ ਜਾਂਦਾ ਸੀਗਾ, ਪਰ ਪਿਛਲੇ ਟਾਈਮ ਦੇ ਵਿੱਚੋਂ ਇੱਕ ਮੰਗ ਦੇ ਤੌਰ 'ਤੇ ਇਸ ਨੂੰ ਉਭਾਰਿਆ ਜਾਂਦਾ, ਉਹ ਵੀ ਬਹੁਤ ਥੋੜ੍ਹਾ। ਕਿਉਂਕਿ ਜਦੋਂ ਵੀ ਅਕਾਲੀ ਦਲ ਨੂੰ
ਕੁਝ ਮੌਕੇ ਮਿਲੇ ਨੇ, ਚਾਹੇ ਵਾਜਪਾਈ ਦੀ ਸਰਕਾਰ ਵੇਲੇ ਦੀ ਗੱਲ ਹੋਵੇ, ਚਾਹੇ ਹੁਣ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਵਿੱਚ ਵਜ਼ੀਰ ਸੀ ਔਰ ਇਹਨਾਂ ਦੀ ਭਾਗੀਦਾਰੀ ਸੀ ਸ਼੍ਰੋਮਣੀ ਅਕਾਲੀ ਦਲ ਦੀ। ਪਰ ਕਿਸੇ ਵੀ ਪਲੇਟਫਾਰਮ ਦੀ, ਕਿਉਂਕਿ ਦੋਨਾਂ ਪੰਜਾਬ ਦੇ ਵਿੱਚ ਵੀ ਭਾਈਵਾਲ ਸਰਕਾਰ ਸੀ ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਆਪਣੀ ਸਰਕਾਰ ਸੀ ਭਾਗੀਦਾਰੀ ਵਾਲੀ, ਤਾਂ ਇਹ ਇੱਕ ਵਧੀਆ ਮੌਕਾ ਸੀ ਕਿ ਅਸੀਂ ਆਪਣੀ ਰਾਜਧਾਨੀ ਦਾ ਮਸਲਾ ਜਿਹੜਾ ਇਸ਼ੂ ਹੈ ਉਹ ਉਠਾ ਸਕਦੇ ਸੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਪ੍ਰਧਾਨ ਮੰਤਰੀ ਕੋਲ ਜਾਂ ਕੈਬਨਿਟ ਦੇ ਅੱਗੇ ਇਸ ਕਿਸਮ ਦੀ ਮੰਗ ਹੈ ਜਿਹੜੀ ਉਹ ਨਹੀਂ ਰੱਖੀ ਸੀ। ਕੋਈ ਮੌਕਾ ਸੀਗਾ ਕਿ ਲੋਕ ਹੈ ਜਿਹੜੇ ਪੰਜਾਬ ਦੇ ਉਹ ਵਿਧਾਨ ਸਭਾ ਦੇ ਅੱਗੇ ਤੱਕ ਔਰ ਸਿਵਲ ਸਕੱਤਰੇਤ ਦੇ ਅੱਗੇ ਤੱਕ ਜਿਹੜੀ ਇਹ ਪ੍ਰੋਟੈਸਟ ਕਰਦੇ ਨੇ ਬੈਠ ਕੇ, ਕਦੇ ਕਿਸੇ ਨੂੰ ਰੋਕਿਆ ਨਹੀਂ ਸੀ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਪਛਾਣ ਤੱਕ ਦਿੱਤਾ ਗਿਆ। ਮਟਕਾ ਚੌਂਕ ਦੇ ਵਿੱਚ ਬਹੁਤ ਟਾਈਮ ਲੋਕਾਂ ਨੇ ਪ੍ਰੋਟੈਸਟ ਕੀਤੇ, ਲੋਕ ਦਾਖਲ ਹੋ ਸਕਦੇ ਸੀਗੇ, ਉਹ ਮਟਕਾ ਚੌਂਕ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਸੀਗਾ। ਪਰ ਹੌਲੀ ਹੌਲੀ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡੇ ਇਕੱਠ ਹੋਣੇ ਹੁੰਦੇ, ਜਦੋਂ ਵੀ ਮੋਹਾਲੀ ਵਾਲੀ ਸਾਈਡ ਤੋਂ ਆਪਾਂ ਦੇਖ ਰਹੇ ਹੈਗੇ ਆ, ਤਾਂ ਉਹਨਾਂ ਨੂੰ ਬੈਰੀਕੇਡਿੰਗ ਕਰਕੇ ਰੋਕ ਲਿਆ ਜਾਂਦਾ ਹੈਗਾ। ਹਾਲਾਂਕਿ ਕੰਸਟੀਟਿਊਸ਼ਨਲ ਸਾਡਾ ਇਹ ਰਾਈਟ ਹੈ, ਸਾਡਾ ਇੱਕ ਮਾਨਵੀ ਹੱਕ ਹੈ ਕਿ ਅਸੀਂ ਆਪਣਾ ਪ੍ਰੋਟੈਸਟ ਕਰ ਸਕਦੇ ਹਾਂ, ਕਿਉਂਕਿ ਅਸੀਂ ਦਿਖਾਉਣਾ ਤਾਂ ਆਪਣੇ ਹਕੂਮਤ ਨੂੰ ਹੈ। ਅਸੀਂ ਆਪਣੇ ਚੀਫ ਮਿਨਿਸਟਰ ਕੋਲ ਗੱਲ ਆਪਣੀ ਪਹੁੰਚਦੀ ਕਰਨੀ ਹੈ। ਜਿਸ ਤਰ੍ਹਾਂ ਕਿਸਾਨਾਂ ਨੇ ਮੰਗ ਪੱਤਰ ਦੇਣਾ ਹੈ, ਪ੍ਰਦਰਸ਼ਨ ਕਰਨਾ ਹੈ, ਉਹ ਤਾਂ ਉਹਨਾਂ ਨੇ ਗਵਰਨਰ ਹਾਊਸ ਅੱਗੇ ਕਰਨਾ ਹੈ। ਅਗਰ ਉਹਨਾਂ ਨੂੰ ਰੋਕ ਦਿੱਤਾ ਜਾਏਗਾ ਬਾਰਡਰ 'ਤੇ ਤਾਂ ਉਹ ਆਪਣਾ ਸੁਨੇਹਾ ਕਿੱਦਾਂ ਦੇ ਸਕਣਗੇ? ਅਗਰ ਪੀਸਫੁਲੀ ਕੋਈ ਕਰਦਾ ਹੈ ਤਾਂ ਉਹਨਾਂ ਨੂੰ ਹੱਕ ਹੋਣਾ ਚਾਹੀਦਾ। ਪਰ ਹੁਣ ਤਾਂ ਵੈਸੇ ਵੀ ਰਾਜਧਾਨੀ ਬਾਰੇ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਤਾਂ ਇਹ ਹੈ ਹੀ ਨਹੀਂ, ਇਹ ਤਾਂ ਅਸਲ 'ਚ ਲੀਡਰਾਂ, ਨੇਤਾਵਾਂ ਦੀ ਔਰ ਅਫਸਰਾਂ ਦੀ ਰਾਜਧਾਨੀ ਹੈ। ਔਰ ਅਫਸਰਾਂ ਦੀ ਅਤੇ ਲੀਡਰਾਂ ਦੀ ਰਾਜਧਾਨੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੜਨ ਤੋਂ ਰੋਕਿਆ ਜਾਂਦਾ ਹੈ, ਇੰਟਰ ਹੋਣ ਤੋਂ ਰੋਕਿਆ ਜਾਂਦਾ ਹੈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਆਪਾਂ ਦੇਖੀਏ ਤਾਂ ਪਿਛਲੇ ਦਿਨਾਂ ਜਿਹੜੀ ਗੱਲ ਚੱਲ ਰਹੀ ਹੈ, ਤਾਂ ਲੋਕ ਇਹ ਜ਼ਰੂਰ ਸੋਚਦੇ ਹੋਣਗੇ ਅੰਦਰੋਂ ਅੰਦਰੀ ਮਨ ਦੇ ਵਿੱਚ ਕਿ ਸਾਡੇ ਜੇ ਨੇਤਾ, ਸਾਡੇ ਅਫਸਰ ਸਾਨੂੰ ਆਪਣੀ ਰਾਜਧਾਨੀ 'ਚ ਦਾਖਲ ਹੋਣ ਤੋਂ ਰੋਕ ਰਹੇ ਨੇ, ਤਾਂ ਅਸੀਂ ਵੀ ਆਪਣੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ। ਚਾਹੇ ਖੇਤੀ ਕਾਨੂੰਨਾਂ ਕਰਕੇ ਇਹ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ, ਪਿੱਛੇ ਜੇ ਘਨੌਰ ਹਲਕੇ ਦੇ ਵਿੱਚ ਹੋਇਆ, ਉੱਧਰੋਂ ਗਿੱਦੜਬਾਹਾ ਹਲਕੇ ਦੇ ਵਿੱਚ ਹੋਇਆ, ਹੋਰ ਕਈ ਥਾਵਾਂ 'ਤੇ ਜਿਹੜੇ ਆਗੂ ਨੇ ਰਾਜਪੁਰਾ ਹਲਕੇ ਦੇ ਵਿੱਚ ਹੋਇਆ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਭਾਜਪਾ ਦੇ ਨੇ, ਉਹਨਾਂ ਦਾ ਪ੍ਰੋਟੈਸਟ ਹੈ ਜਿਹੜਾ ਲੋਕਾਂ ਨੇ ਜਾਰੀ ਰੱਖਿਆ ਹੋਇਆ ਹੈ ਪਿੰਡਾਂ ਦੇ ਵਿੱਚ। ਭਾਜਪਾ ਨੂੰ ਤਾਂ ਘਰਾਂ 'ਚੋਂ ਨਿਕਲਣਾ ਮੁਸ਼ਕਲ ਹੋ ਗਿਆ। ਤਾਂ ਪੰਜਾਬੀ ਦੇ ਐਂਗਲ ਤੋਂ ਵੀ ਦੇਖੀਏ, ਕਲਚਰ ਦੇ ਐਂਗਲ ਤੋਂ ਵੀ ਦੇਖੀਏ, ਤਾਂ ਵੀ ਪੰਜਾਬ ਨੂੰ ਜਿਹੜੀ ਚੰਡੀਗੜ੍ਹ ਦੇ ਵਿੱਚ ਉਸ ਕਿਸਮ ਦੀ ਨੁਮਾਇੰਦਗੀ ਹੈ ਜਿਹੜੀ ਉਹ ਨਹੀਂ ਮਿਲੀ ਵੀ। ਇਸ ਕਰਕੇ ਚੰਡੀਗੜ੍ਹ 'ਤੇ ਜਿਹੜਾ ਸਾਡਾ ਇੱਕ ਲੜਾਈ ਸੀਗੀ, ਚੰਡੀਗੜ੍ਹ ਸਾਡੇ ਕੋਲ ਆਪਣੀ ਰਾਜਧਾਨੀ ਹੋਏਗੀ, ਉਹ ਅੱਜ ਤੱਕ ਉਵੇਂ ਅਧੂਰੀ ਜਿਹੜੀ ਮੰਗ ਹੈ ਸਾਡੀ ਲਟਕੀ ਹੋਈ ਹੈ। ਔਰ ਸਾਡੇ ਜਿਹੜੇ ਪੋਲੀਟੀਕਲ ਲੋਕ ਹੈ ਉਹਨਾਂ ਨੇ ਵੀ ਕਦੇ ਤਰੱਦਦ ਨਹੀਂ ਕੀਤਾ ਕਿ ਪੰਜਾਬ ਦੀ ਇੱਕ ਆਪਣੀ ਕੈਪੀਟਲ ਹੋਵੇ। ਅਸੀਂ ਆਪਣਾ ਜਿਹੜਾ ਹੱਕ ਹੈ ਹੌਲੀ ਹੌਲੀ ਰਾਜਧਾਨੀ ਤੋਂ ਛੱਡਦੇ ਜਾ ਰਹੇ ਹਾਂ। ਤੁਸੀਂ ਜੀ ਵਕਤ ਮਿਲੇ ਕਦੇ ਜ਼ਰੂਰ ਪੜ੍ਹਨਾ, ਸੀਨੀਅਰ ਜਰਨਲਿਸਟ ਨੇ ਜਗਤਾਰ ਭੁੱਲਰ, ਉਹਨਾਂ ਨੇ ਬੜੀ ਵਧੀਆ ਇੱਕ ਕਿਤਾਬ ਹੈ ਜਿਹੜੀ ਉਹ ਚੰਡੀਗੜ੍ਹ 'ਤੇ ਲਿਖੀ ਹੈ, ਕਿਵੇਂ ਰਸਦੇ ਬਸਦੇ ਜਿਹੜੇ ਪਿੰਡ ਸੀ ਉਹਨਾਂ ਦਾ ਉਜਾੜਾ ਕਰਕੇ, ਉਹਨਾਂ ਦੇ ਇਮੋਸ਼ਨ ਨੂੰ ਦੱਬ ਕੇ, ਉਹਨਾਂ ਨੂੰ ਲਤਾੜ ਕੇ ਚੰਡੀਗੜ੍ਹ ਇੱਕ ਜਿਹੜਾ ਸ਼ਹਿਰ ਹੈ ਉਹ ਉਹਨਾਂ 'ਤੇ ਉੱਗਿਆ ਸੀ, ਉਹਨਾਂ ਪਿੰਡਾਂ 'ਚ ਉੱਗਿਆ ਸੀ। ਸੋ ਚੰਡੀਗੜ੍ਹ 'ਤੇ ਜਿੱਥੇ ਲੋਕਾਂ ਤੋਂ ਪ੍ਰੋਟੈਸਟ ਕਰਨ ਦਾ ਰਾਈਟ ਹੈ, ਜੇ ਸਰਕਾਰਾਂ, ਜੇ ਪ੍ਰਸ਼ਾਸਕ ਚੰਡੀਗੜ੍ਹ ਦਾ ਕਿਸਾਨਾਂ ਲਈ ਰਾਹ ਬੰਦ ਕਰਦਾ ਹੈ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋਏਗੀ। ਚਰਨਜੀਤ ਜੀ, ਕਿਸਾਨ ਅੰਦੋਲਨ ਨੂੰ ਚੱਲਦੇ ਨੂੰ ਲੰਬਾ ਸਮਾਂ ਬੀਤ ਚੁੱਕਿਆ। ਅਸੀਂ ਜਾਣਨਾ ਚਾਹਾਂਗੇ ਇਹ ਕਿਸਾਨੀ ਮੂਵਮੈਂਟ ਜਿਹੜੀ ਚੱਲੀ ਸੀ, ਇਹ ਕਿੰਨੀ ਕੁ ਜਿਹੜੀ ਹੈਗੀ ਡੈਮੋਕ੍ਰੈਟਿਕ ਸਪੇਸ ਬਣਾਉਣ 'ਚ ਕਾਮਯਾਬ ਰਹੀ ਹੈ ਹੁਣ ਤੱਕ? ਦੇਖੋ, ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਕਿਸਾਨ ਲੜ ਰਹੇ ਨੇ, ਉਹਦਾ ਐਂਡ ਹਾਸਲ ਕੁਝ ਵੀ ਹੋਵੇ, ਪਰ ਹੁਣ ਤੱਕ ਜਿਹੜਾ ਅਸੀਂ ਵੱਡਾ ਗੇਨ ਕਰ ਲਿਆ, ਜਿਹੜੀ ਸਾਨੂੰ ਪ੍ਰਾਪਤੀ ਹੋਈ ਹੈ, ਉਹ ਇਹ ਹੋਈ ਹੈ ਕਿ ਜਿਸ ਕਿਸਮ ਦੇ ਦੌਰ ਵਿੱਚੋਂ ਦੀ ਅਸੀਂ ਲੰਘ ਰਹੇ ਸੀ, ਪੜਾਅ ਤੋਂ ਦੀ, ਉਹਦੇ ਵਿੱਚ ਡੈਮੋਕ੍ਰੈਟਿਕ ਸਪੇਸ ਹੈ ਜਿਹੜੀ ਬਿਲਕੁਲ ਸੁੰਗੜ ਚੁੱਕੀ ਸੀ। ਤਾਂ ਇਸ ਮੂਵਮੈਂਟ ਨਾਲ ਜਿਹੜੀ ਚੇਤਨਾ ਆਈ ਹੈ, ਉਹਨੇ ਇੱਕ ਡੈਮੋਕ੍ਰੈਟਿਕ ਸਪੇਸ ਹੈ ਕ੍ਰੀਏਟ ਕੀਤੀ ਹੈ। ਲੋਕਾਂ ਨੂੰ ਇਸ ਪੱਖ ਤੋਂ ਜਿਹੜਾ ਸਾਹ ਹੈ ਸੁਖਾਲਾ ਆਉਣ ਲੱਗਿਆ ਹੈਗਾ। ਲੋਕਾਂ ਦੇ ਵਿੱਚ ਚੇਤਨਾ ਦਾ ਜਿਹੜਾ ਪੱਧਰ ਹੈ ਉਹ ਵਧਿਆ ਹੈਗਾ। ਲੋਕਾਂ ਦੇ ਵਿੱਚ ਜਿਹੜੀ ਸੋਝੀ ਹੈ, ਮਸਲਿਆਂ ਨੂੰ ਸਮਝਣ ਦੀ, ਉਹਨਾਂ ਨੂੰ ਇੱਕ ਐਨਾਲਿਟੀਕਲ ਵੇ ਨਾਲ ਜਾਣਨ ਦੀ ਜਿਹੜੀ ਸਮਰੱਥਾ ਹੈ ਉਹ ਵਧੀ ਹੈ। ਲੋਕਾਂ ਨੂੰ ਇਹ ਕਿਸਾਨ ਮੂਵਮੈਂਟ ਦੀ ਬਦੌਲਤ ਹੀ ਹੈ ਕਿ ਲੋਕ ਹੈ ਜਿਹੜੇ ਲੀਡਰਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦੀ ਜਿਹੜੀ ਜ਼ਰੂਰਤ ਕਰਨ ਲੱਗੇ ਨੇ। ਇਹ ਸਾਰਾ ਚੇਤਨਾ ਦਾ ਪਸਾਰ ਹੈ ਜਿਹਦੇ ਕਰਕੇ ਸਪੇਸ ਬਣੀ ਹੈ। ਇੱਕ ਚੰਗਾ ਪੱਖ ਹੈ, ਆਉਣ ਵਾਲੀਆਂ ਚੋਣਾਂ 'ਚ ਸਾਨੂੰ ਦੇਖਣ ਨੂੰ ਮਿਲੇਗਾ।
ਪੰਜਾਬ ਹਰਿਆਣਾ 'ਚ ਤਾਂ ਅਸੀਂ ਵੱਡੀ ਪੱਧਰ ਤੇ ਦੇਖ ਰਹੇ ਹਾਂ, ਤੁਸੀਂ ਹਰਿਆਣਾ 'ਚ ਦੇਖ ਰਹੇ ਹਾਂ ਕਿ ਭਾਜਪਾ ਦੇ ਲੀਡਰਾਂ ਨੂੰ ਅੱਜ ਘਰਾਂ 'ਚੋਂ ਨਿਕਲਣਾ ਮੁਸ਼ਕਲ ਹੋਇਆ ਹੈ। ਬਿਲਕੁਲ ਥਾਂ ਥਾਂ ਤੇ ਉਹਨਾਂ ਦਾ ਵਿਰੋਧ ਹੋਇਆ ਹੈ। ਕਿਸਾਨਾਂ ਦਾ ਇੰਨੇ ਇੰਟੈਲੀਜੈਂਟ ਹੋ ਗਏ ਨੇ ਕਿਸਾਨ ਕਿ ਚਾਹੇ ਉਹ ਪੰਜਾਬ ਦਾ ਪਿੰਡ ਹੋਵੇ ਚਾਹੇ ਹਰਿਆਣੇ ਦਾ ਪਿੰਡ ਹੋਵੇ, ਲੀਡਰ ਦੇ ਆਉਣ ਦਾ ਪਤਾ ਉਹਨਾਂ ਦੀ ਪਾਰਟੀ ਦੇ ਵਰਕਰਾਂ ਨੂੰ ਪਿੱਛੋਂ ਲੱਗਦਾ ਹੈ ਪਤਾ, ਕਿਸਾਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਬਿਲਕੁਲ ਜਿਹੜੇ ਵਿਰੋਧ ਹੋ ਰਹੇ ਨੇ, ਜਿੰਨੇ ਪ੍ਰਦਰਸ਼ਨ ਹੋ ਰਹੇ ਨੇ, ਉਹਦੀ ਵਜ੍ਹਾ ਇੱਕ ਇਹੀ ਹੈ। ਇਹ ਡੈਮੋਕ੍ਰੈਟਿਕ ਸਪੇਸ ਪਿੱਛੇ ਇਹ ਨਹੀਂ ਕਿ ਰਾਤੋਂ ਰਾਤ ਬਣ ਗਈ ਹੈ 7 ਮਹੀਨਿਆਂ ਦੀ, ਔਰ ਇੱਕ ਪਿੱਛੇ ਇੱਕ ਬੜੀ ਵੱਡੀ ਬੈਕਗਰਾਉਂਡ ਹੈ ਸਾਡੀਆਂ ਕਿਸਾਨ ਧਿਰਾਂ ਦੀ। ਕਿਸਾਨ ਧਿਰਾਂ ਨੇ ਇੱਕ ਸਾਨੂੰ ਦਿਖਾਇਆ, ਬਣ ਕੇ ਮਾਡਲ ਬਣ ਕੇ ਦਿਖਾਇਆ, ਜਿਹਦੇ ਕਰਕੇ ਲੋਕਾਂ ਦੇ ਵਿੱਚ ਸੂਝ-ਬੂਝ ਹੈ ਜਿਹੜੀ ਉਹ ਅੱਗੇ ਨਾਲੋਂ ਵਧਣੀ ਸ਼ੁਰੂ ਹੋਈ ਹੈ। ਕਿਸਾਨਾਂ ਨੇ ਆਪਣੀ ਯੂਨਿਟੀ ਰੱਖੀ ਹੈ। ਪਹਿਲੀ ਵਾਰ ਕਿਸਾਨਾਂ ਨੇ ਦੱਸਿਆ ਕਿ ਅਸੀਂ ਸਾਰੇ ਇਕਜੁੱਟਾਂ ਇਕੱਠੇ ਹੋ ਕੇ ਚੱਲੇ ਨੇ, ਪੀਸਫੁਲੀ ਲੜੇ ਨੇ। ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਤਾਂ ਇਹ ਹਮੇਸ਼ਾ ਹੀ ਰਿਹਾ ਕਿ ਜਿਹੜੀਆਂ ਮੂਵਮੈਂਟ ਹੈ ਉਹ ਸ਼ਾਰਟ ਟਰਮ ਰਹੀਆਂ ਨੇ। ਕੋਈ ਮੂਵਮੈਂਟ ਲੜੀ ਜਾਂਦੀ, ਕੋਈ ਨਾ ਕੋਈ ਖਲਾਰਾ ਪੈ ਜਾਂਦਾ ਸੀ, ਵਾਇਲੈਂਟ ਹੋ ਜਾਂਦੀ ਸੀ। ਔਰ ਹਰਿਆਣਾ ਵਾਲੇ ਕਿਸਾਨ ਇਸ ਗੱਲ ਲਈ ਪੰਜਾਬ ਦਾ ਥੈਂਕਫੁਲ ਵੀ ਹੈ, ਕਰਦੇ ਨੇ ਕਿ ਜੀ ਤੁਸੀਂ ਪੰਜਾਬ ਵਾਲਿਆਂ ਨੇ ਸਾਨੂੰ ਮੂਵਮੈਂਟ ਲੜਨ ਸਿਖਾ ਦਿੱਤੀ। ਉਹਨਾਂ ਨੂੰ ਹੁਣ ਅੱਖਾਂ ਖੁੱਲ੍ਹੀਆਂ ਨੇ ਕਿ ਇਸ ਤਰ੍ਹਾਂ ਵੀ ਮੂਵਮੈਂਟਾਂ ਲੜੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਸਮੁੱਚਾ ਤਬਕਾ, ਸਮਾਜ ਦਾ ਹਰ ਤਬਕਾ ਇਸ ਮੂਵਮੈਂਟ 'ਚ ਕੁੱਦਿਆ। ਹੁਣ ਕਿਸਾਨਾਂ ਦੀ ਮੂਵਮੈਂਟ ਨਹੀਂ ਹੈਗੀ ਹੈ। ਜਿਹੜੀਆਂ ਲੀਡਰਾਂ ਦੀਆਂ ਚਾਲਾਂ ਸੀ, ਅਗਰ ਲੋਕ ਉਹਨਾਂ ਨੂੰ ਸਮਝਣ ਲੱਗੇ ਨੇ ਤਾਂ ਇਹ ਕਿਸਾਨ ਮੂਵਮੈਂਟ ਦੀ ਬਦੌਲਤ ਹੈਗੀ ਹੈ। ਦਲਿਤ ਭਾਈਚਾਰਾ ਹੈ, ਕਿਸਾਨ ਹੈ, ਇਕਜੁੱਟ ਹੋਏ ਨੇ। ਜਿਹੜੇ ਪਿੰਡ ਹੈ, ਸ਼ਹਿਰ ਹੈ, ਉਹਨਾਂ ਨੇ ਜੋਟੀ ਪਾਈ ਹੈ। ਇਹਦੀ ਬਦੌਲਤ ਜਿਹੜੇ ਲੀਡਰਾਂ ਨੂੰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬੜੀਆਂ ਮੁਸ਼ਕਲਾਂ ਜਿਹੜੀਆਂ ਫੇਸ ਕਰਨੀਆਂ ਪੈਣਗੀਆਂ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਿਉਂ-ਜਿਉਂ ਚੋਣਾਂ ਦਾ ਟਾਈਮ ਨੇੜੇ ਆਏਗਾ ਅਤੇ ਲੀਡਰਾਂ ਨੂੰ ਜਿਸ ਤਰ੍ਹਾਂ ਹੁਣ ਲਿੰਕ ਸੜਕਾਂ 'ਤੇ ਨਿਕਲਣਾ ਔਖਾ ਹੋ ਜਾਂਦਾ, ਡਰ ਡਰ ਕੇ ਘਰਾਂ 'ਚੋਂ ਨਿਕਲਦੇ ਨੇ। ਅਤੇ ਮੇਨ ਸੜਕਾਂ 'ਤੇ ਜਿਹੜੇ ਨੈਸ਼ਨਲ ਹਾਈਵੇ ਨੇ ਉਹਨਾਂ ਦੇ ਉੱਪਰ ਜਿਹੜੇ ਟੋਲ ਪਲਾਜ਼ਿਆਂ 'ਤੇ ਕਿਸਾਨ ਬੈਠੇ ਨੇ, ਉੱਥੋਂ ਵੀ ਉਹਨਾਂ ਨੂੰ ਲੰਘਦੇ ਹੋਏ ਡਰ ਲੱਗਦਾ ਹੈਗਾ। ਤਾਂ ਇੱਕ ਚੰਗੀ ਗੱਲ ਹੈ ਕਿ ਲੋਕਾਂ ਨੇ ਆਪਣੀ ਤਾਕਤ ਪਹਿਚਾਣ ਕੀਤੀ ਹੈ ਉਹਦੀ। ਨਹੀਂ, ਲੋਕਾਂ ਨੂੰ ਹਮੇਸ਼ਾ ਲੱਗਦਾ ਸੀ ਕਿ ਸਾਡੇ ਜਿਹੜੇ ਪਾਲਣਹਾਰ ਹੈ, ਸਾਡੇ ਦੁੱਖਾਂ ਦਾ ਨਿਵਾਰਨ ਕਰਨ ਵਾਲੇ, ਉਹ ਸਾਡੇ ਪੋਲੀਟੀਸ਼ੀਅਨ ਨੇ। ਹੁਣ ਉਹਨਾਂ ਨੂੰ ਸਮਝ ਆਈ ਹੈ ਕਿ ਜਿਹੜੇ ਹੱਕ ਹੈ, ਜੇ ਲੋਕਾਂ ਦੀ ਯੂਨਿਟੀ ਹੈ, ਉਹ ਖੁਦ ਲਏ ਜਾਂਦੇ ਨੇ, ਲੀਡਰ ਨਹੀਂ ਦਿੰਦੇ। ਚਰਨਜੀਤ ਜੀ, ਲੋਕਾਂ ਦਾ ਜਿਸ ਤਰ੍ਹਾਂ ਹੁਣ ਰਵਾਇਤੀ ਪਾਰਟੀਆਂ ਤੋਂ ਮਨ ਫਿੱਕਾ ਪੈਣਾ ਸ਼ੁਰੂ ਹੋ ਗਿਆ, ਇਸੇ ਦੌਰਾਨ ਇੱਕ ਕਸ਼ਮਕਸ਼ ਇਹ ਵੀ ਚੱਲ ਰਹੀ ਹੈ ਵੀ ਕਿ ਕਿਸਾਨਾਂ ਦੀ ਵੀ ਆਉਣ ਵਾਲੇ ਦਿਨਾਂ 'ਚ ਕੋਈ ਰਾਜਨੀਤਿਕ ਪਾਰਟੀ ਦਿਖ ਸਕਦੀ ਹੈ ਜਾਂ ਉਹ ਰਾਜਨੀਤਿਕ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਸਕਦੀ ਨੇ। ਇਹਨਾਂ ਗੱਲਾਂ 'ਚ ਕਿੰਨੀ ਕੁ ਸੱਚਾਈ ਜਿਹੜੀ ਹੈਗੀ ਹੈ ਹੁਣ ਤੱਕ ਦੇਖਣ ਨੂੰ ਮਿਲ ਰਹੀ ਹੈ? ਦੇਖੋ, ਪੱਕੇ ਤੌਰ 'ਤੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਫਿਲਹਾਲ। ਇਹ ਤਾਂ ਅੱਗੇ ਚੋਣਾਂ 'ਚ ਪਤਾ ਲੱਗੇਗਾ, ਕਿਉਂਕਿ 32 ਕਿਸਾਨ ਧਿਰਾਂ ਨੇ ਪੰਜਾਬ ਦੀਆਂ। ਹਰ ਕਿਸਾਨ ਧਿਰ ਦੀ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਜੁੜੀ ਹੋਈ ਹੈ ਕਿ ਇਸ ਮੂਵਮੈਂਟ ਦੇ ਵਿੱਚੋਂ ਕੋਈ ਪੋਲੀਟੀਕਲ ਪਾਰਟੀ ਜਨਮ ਲੈਂਦੀ ਹੈ। ਇਹ ਤਾਂ ਆਉਣ ਵਾਲੇ ਦਿਨਾਂ 'ਚ ਸਾਨੂੰ ਇਹਦਾ ਚਾਨਣ ਹੋਏਗਾ। ਪਰ ਲੋਕਾਂ ਨੂੰ ਇੱਕ ਉਮੀਦ ਹੈ, ਆਸ ਹੈ। ਪੰਜਾਬ ਦਾ ਹਰ ਬੱਚਾ ਆਖਦਾ ਹੈ ਕਿ ਕਿਸਾਨਾਂ ਦੀ ਵੀ ਆਪਣੀ ਇੱਕ ਪਾਰਟੀ ਹੋਣੀ ਚਾਹੀਦੀ ਹੈ। ਪਰ ਸਵਾਲ ਇਹ ਹੈ, ਜੇ ਅੱਜ ਸਾਡੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਕਿਸਾਨਾਂ ਦੀ ਆਪਣੀ ਪਾਰਟੀ ਹੋਣੀ ਚਾਹੀਦੀ ਹੈ, ਤਾਂ ਇਸ ਦਾ ਮਤਲਬ ਇੱਕ ਤਾਂ ਸਾਫ਼ ਹੈਗਾ ਕਿ ਅੱਜ ਤੱਕ ਕਿਸਾਨਾਂ ਦੀ ਕੋਈ ਪਾਰਟੀ ਨਹੀਂ ਸੀ। ਜੇ ਸਾਡੇ ਮਨ ਦੇ ਵਿੱਚ ਅੱਜ ਕੁਐਸਚਨ ਇਹ ਰੇਜ਼ ਹੋ ਰਿਹਾ ਹੈਗਾ ਕਿ ਇਹ ਹੋਵੇ ਕਿਸਾਨਾਂ ਦੀ ਪਾਰਟੀ, ਇਹਦਾ ਮਤਲਬ ਪਹਿਲਾਂ ਨਹੀਂ ਸੀ। ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਤੱਕ ਕਹਿੰਦਾ ਰਿਹਾ ਕਿ ਅਸੀਂ ਕਿਸਾਨਾਂ ਦੀ ਪਾਰਟੀ ਹਾਂ। ਬਿਲਕੁਲ, ਇਹਦਾ ਮਤਲਬ ਕਿ ਸਿਰਫ ਉਹ ਨਾਅਰੇ ਤੱਕ ਸੀਮਤ ਸੀ, ਉਹ ਮਨ ਤੋਂ ਕਿਸਾਨਾਂ ਦੀ ਪਾਰਟੀ ਨਹੀਂ ਸੀ। ਕਾਂਗਰਸ ਹੈ, ਉਹ ਕਹਿੰਦੀ ਕਿ ਕਿਸਾਨਾਂ ਲਈ ਅਸੀਂ ਇੰਨਾ ਕੁਛ ਕਰ ਦਿੱਤਾ। ਇਹਦਾ ਮਤਲਬ ਕਿ ਲੋਕਾਂ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਵੀ ਓਨ ਨਹੀਂ ਸੀ ਕੀਤਾ। ਇਸੇ ਕਰਕੇ ਇਹ ਆਵਾਜ਼ ਉੱਠ ਰਹੀ ਹੈ। ਇਹ ਵੀ ਸਮਝਣ ਵਾਲੀ ਗੱਲ ਹੈ ਕਿ ਕਿਸਾਨਾਂ ਦੇ ਨਾਂ 'ਤੇ ਪਾਰਟੀਆਂ ਨੇ ਵੋਟਾਂ ਜ਼ਰੂਰ ਲਈਆਂ ਨੇ, ਪਰ ਕਿਸਾਨਾਂ ਦੇ ਦਰਦਾਂ ਨੂੰ ਕਿਸੇ ਨੇ ਨਹੀਂ ਵੰਡਾਇਆ ਹੁਣ ਤੱਕ। ਜਿਸ ਕਰਕੇ ਖੇਤੀ ਕਾਨੂੰਨ ਵੀ ਆਪਣੇ ਸਾਹਮਣੇ ਉਹਦੀ ਇੱਕ ਕੜੀ ਹੈਗੀ ਹੈ। ਤਾਂ ਮੈਨੂੰ ਇਹ ਲੱਗਦਾ ਕਿ ਪਾਰਟੀ ਚਾਹੇ ਬਣੇ ਕਿਸਾਨਾਂ ਦੀ, ਚਾਹੇ ਨਾ ਬਣੇ, ਪਰ ਜਿਹੜਾ ਕਿਸਾਨਾਂ ਦਾ ਰੋਲ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ, ਉਹ ਮੇਨ ਕੇਂਦਰਿਤ ਹੋਏਗਾ, ਉਸ 'ਤੇ ਕੇਂਦਰਿਤ ਹੋਏਗਾ ਟੋਟਲ। ਕਿਉਂਕਿ ਕਿਸਾਨ ਇਕੱਲਾ ਨਹੀਂ ਹੈਗਾ, ਕਿਸਾਨ ਦੇ ਨਾਲ ਸਾਰੇ ਤਬਕੇ ਜੁੜੇ ਹੋਏ ਨੇ। ਇਹ ਨਹੀਂ ਕਹਿ ਸਕਦੇ ਕਿਸਾਨਾਂ ਨੂੰ ਇਕੱਲੇ ਵੋਟ ਬੈਂਕ ਦੇ ਤੌਰ 'ਤੇ ਦੇਖੋਗੇ। ਕਿਸਾਨ ਦੇ ਨਾਲ ਉਸਦਾ ਸੀਰੀ ਵੀ ਖੜ੍ਹਾ ਹੈ, ਉਸ ਦਾ ਨੌਕਰ ਵੀ ਖੜ੍ਹਾ ਹੈ, ਉਸ ਦਾ ਭਾਈਚਾਰਾ ਵੀ ਖੜ੍ਹਾ ਹੈ। ਹੁਣ ਕਿਸਾਨਾਂ ਦੀ ਸਾਂਝ ਹੈ ਜਿਹੜੀ ਦੂਜੇ ਤਬਕਿਆਂ ਨਾਲ ਪਹਿਲਾਂ ਵਾਲੀ ਨਹੀਂ ਰਹੀ। ਆੜ੍ਹਤੀਆਂ ਨਾਲ ਜਿਹੜੀ ਇੱਕ ਰਿਫਟ ਪਈ ਵੀ ਸੀਗੀ, ਉਹ ਵੀ ਪਿਛਲੇ ਟਾਈਮ 7 ਮਹੀਨਿਆਂ 'ਚ ਬੜੀਆਂ ਦੂਰੀਆਂ ਜਿਹੜੀਆਂ ਮਿਟੀਆਂ ਨੇ, ਉਹ ਇੱਕ ਦੂਜੇ ਨੂੰ ਸਮਝਣ ਲੱਗੇ ਨੇ, ਇੱਕ ਦੂਜੇ ਦੇ ਨੇੜੇ ਆਏ ਨੇ, ਚਾਹੇ ਦੋਨਾਂ ਦੇ ਹਿੱਤ ਵੱਖੋ ਵੱਖਰੇ ਨੇ। ਤਾਂ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਜਿਹੜਾ ਕਿਸਾਨ ਹੈ ਉਹ ਫੋਕਸ ਹੋਏਗਾ। ਔਰ ਜੇ ਪੋਲੀਟੀਕਲ ਪਾਰਟੀ ਨਾ ਵੀ ਬਣੇਗੀ ਤਾਂ ਕਿਸਾਨਾਂ ਦੀ ਜਿਹੜੀ ਤਾਕਤ ਹੈ ਇਹ ਦੱਸਣ 'ਚ ਕਾਮਯਾਬ ਹੋ ਗਈ ਹੈ ਕਿ ਜਿਹੜੀ ਅਸਲੀ ਤਾਕਤ ਦੇ ਮਾਲਕ ਹੈ ਡੈਮੋਕ੍ਰੇਸੀ ਦੇ ਵਿੱਚ, ਉਹ ਲੋਕ ਹੁੰਦੇ ਨੇ। ਜਿਵੇਂ ਕਿਹਾ ਜਾਂਦਾ ਹੈ ਕਿ ਨਾ ਜਮਹੂਰੀਅਤ ਦੇ ਵਿੱਚ ਕਿ ਜਿਹੜੇ
ਸਾਡੇ ਨੇਤਾ ਹੁੰਦੇ ਨੇ ਉਹ ਸਾਡੇ ਨੌਕਰ ਨੇ। ਜੀ ਜਿਹੜੇ ਅਸਲ ਮਾਲਕ ਹੈ ਜਮਹੂਰੀਅਤ ਦੇ ਵਿੱਚ ਉਹ ਆਮ ਲੋਕ ਨੇ ਜੋ ਸਰਕਾਰਾਂ ਨੂੰ ਚੁਣਦੇ ਨੇ। ਤਾਂ ਪੋਲੀਟੀਕਲ ਇਸ ਕਿਸਾਨ ਮੂਵਮੈਂਟ ਨੇ ਲੋਕਾਂ ਨੂੰ ਮਜ਼ਬੂਤ ਕੀਤਾ ਹੈ, ਚੇਤਨਾ ਦੇ ਪੱਧਰ 'ਤੇ ਵੀ, ਸਮਝ ਦੇ ਪੱਧਰ 'ਤੇ ਵੀ। ਤਾਂ ਘੱਟੋ ਘੱਟ ਜੇ ਇਹਨਾਂ ਦੀ ਆਪਦੀ ਪਾਰਟੀ ਨਹੀਂ ਬਣੇਗੀ ਤਾਂ ਇੰਨੀ ਕੁ ਤਾਕਤ ਰੱਖਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿ ਉਹ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਮੁਤਾਬਕ ਚਲਾ ਸਕਣ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜਮਹੂਰੀਅਤ ਦੇ ਵਿੱਚ ਅਸਲ ਮਾਲਕ ਲੋਕ ਹੁੰਦੇ ਨੇ ਤੇ ਸਰਕਾਰਾਂ ਨੂੰ ਲੋਕਾਂ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਲੋਕਾਂ ਨਾਲ ਜਾਂ ਲੋਕ ਆਗੂਆਂ ਨਾਲ ਰਾਏ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।